ਡੰਡਾਉਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਜੇਤਾ ਜਿਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਏ ਤਿਹਾ ਖਾਉ ਕਰੀ ਵਖਿਆਨ। ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਹਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਕਹੋ ਨਾਨਕ ਸੁਨ ਰੇ ਮਨਾ, ਪਰੈ ਨ ਜਮ ਕੈ ਧਾਮ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਦਾਰ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ। ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਦਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਕੋਈ ਬੈਠੇ ਗੁਰੂ ਸਵਾਰੀ ਸਤ ਸੰਗੀ ਜਨੋ ਵਡਭਾਗੀ ਕੋ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਜੁੜ ਬੈਠ ਸੰਗਤੀ ਰੂਪ ਅੰਦਰ ਨਿਤਨੇਮ ਬਾਣੀ ਦਾ ਜਾਪ ਕੀਤਾ ਹੈ। ਸਤਿਗੁਰੂ ਬਖਸ਼ਿਸ਼ ਰਹਿਮਤ ਕਰਨ, ਸਤਿਗੁਰੂ ਦੀ ਪਾਵਨ ਬਾਣੀ ਪੜ੍ਹ ਸਾਨੂੰ ਮਨ ਦੀ ਪੱਤਰੀ ਵਾਚਣ ਦੀ ਜਾਚ ਆ ਜਾਏ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ, ਤਿੰਨਾਂ ਦੇ 400 ਸਾਲਾ ਆਗਮਨ ਪੁਰਬ ਦੀਆਂ ਖੁਸ਼ੀਆਂ ਨੂੰ ਸਮਰਪਿਤ ਸਤਿਗੁਰੂ ਦੀ ਪਾਵਨ ਬਾਣੀ ਵਿੱਚੋਂ ਸਾਹਿਬ ਦੇ ਦਰਸ਼ਨ ਦੀਦਾਰ ਕਰ ਰਹੇ ਹਾਂ। ਕੱਲ ਆਪਾਂ ਬਚਨ ਸਰਵਣ ਕਰ ਰਹੇ ਸਾਂ। ਸਾਹਿਬ ਜੀ ਨੇ ਇਹ ਬੋਲ ਸਾਂਝੇ ਕੀਤੇ। ਕਹਿਣ ਲੱਗੇ, ਜਗਤ ਦੇ ਅੰਦਰ ਵਿਚਰਨ ਵਾਲੇ ਇਨਸਾਨ ਹੋ ਸਕਦਾ ਤੇਰੇ ਉੱਚੇ ਅਹੁਦੇ, ਤੇਰੀ ਵਿਦਿਆ, ਤੇਰਾ ਸਰੀਰ, ਤੇਰੇ ਧਨ ਨੂੰ ਨਮਸਕਾਰ ਹੋ ਜਾਏ, ਪਰ ਜੇ ਇਸ ਘਰ ਦੇ ਅੰਦਰ ਪ੍ਰਵਾਨ ਹੋਣਾ ਚਾਹੁੰਦੇ ਤੇ ਬਿਲਕੁਲ ਆਪਾ ਸਮਰਪਿਤ ਕਰਨਾ ਪਏਗਾ। ਇੱਥੇ ਕਿਸੇ ਪਾਸੇ ਵੱਲੋਂ ਵੀ ਤੇਰੇ ਹੰਕਾਰ ਦੇ ਬੋਲ ਨਹੀਂ ਚੱਲਣੇ। ਇਸ ਘਰ ਦੇ ਅੰਦਰ ਪੈਦਾ ਹੋਏ ਸਾਹਿਬਜ਼ਾਦੇ ਵੀ ਬਹੁਤਾਤ ਉਹ ਮਾਣ ਸਤਿਕਾਰ ਪ੍ਰਾਪਤ ਨਾ ਕਰ ਸਕੇ।
ਜੇ ਤੂੰ ਸੱਚਮੁੱਚ ਹੀ ਜੀਵਨ ਨੂੰ ਪਵਿੱਤਰ ਬਣਾਉਣਾ ਹੈ ਤੇ ਫਿਰ ਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਆਪਣੇ ਜੀਵਨ ਦੇ ਅੰਦਰ ਕਮਾ। ਜਿਨ੍ਹਾਂ ਨੇ ਕਮਾ ਲਿਆ ਉਹਨਾਂ ਦੇ ਭੈ ਚਲੇ ਗਏ, ਉਹਨਾਂ ਦੀ ਮਾੜੀ ਮਤ ਦਾ ਵਿਨਾਸ਼ ਹੋ ਗਿਆ, ਉਹਨਾਂ ਦਾ ਆਇਆ ਸੰਸਾਰ ਦੇ ਅੰਦਰ ਸਫਲਾ ਹੋ ਜਾਂਦਾ ਹੈ। ਇਹਨਾਂ ਬਚਨਾਂ ਨੂੰ ਕੱਲ ਆਪਾਂ ਸਰਵਣ ਕਰ ਰਹੇ ਸਾਂ। ਵਿਚਾਰਾਂ ਨੂੰ ਅੱਗੇ ਤੋਰਦਿਆਂ ਹੋਇਆਂ ਪਿਆਰ ਸਤਿਕਾਰ ਦੇ ਨਾਲ ਰਸਨਾ ਨੂੰ ਪਵਿੱਤਰ ਕਰਦੇ ਹੋਏ ਪਿਆਰ ਸਤਿਕਾਰ ਨਾਲ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਸਾਹਿਬ ਜੀ ਨੇ ਜੋ 2 ਸ਼ਲੋਕ ਪਾਠ ਰੂਪ ਅੰਦਰ ਆਪਾਂ ਸਰਵਣ ਕੀਤੇ ਨੇ, ਇਹਨਾਂ ਅੰਦਰ ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਉ ਨਾਨਕ ਸੁਨ ਰੇ ਮਨਾ, ਪਰੈ ਨ ਜਮ ਕੈ ਧਾਮ। ਜੇਬਾ ਜਿਸ ਵਕਤ ਇਹ ਪਾਠ ਕਰਾਂਗੇ, ਜੇਬਾ ਤੇ ਰੁਕਣਾ ਨਹੀਂ, ਕਿਉਂਕਿ ਸੰਬੋਧਨ ਨਹੀਂ ਇੱਥੇ ਕੀਤਾ ਗਿਆ, ਕਿਉਂਕਿ ਅੱਗੇ ਜਾ ਕੇ ਸਾਹਿਬ ਜੀ ਨੇ ਸਰਵਣ ਸ਼ਬਦ ਵਰਤਿਆ। ਸਰਵਣ ਦਾ ਅਰਥ ਹੈ ਕੰਨ। ਜਦੋਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਆਪਾਂ ਹੋਰ ਵੀ ਪੜ੍ਹਦੇ ਹਾਂ, ਸਾਹਿਬ ਜੀ ਨੇ ਇਸ ਤਰ੍ਹਾਂ ਦੀ ਕੋਰ ਪਾਵਨ ਬਾਣੀ ਅੰਦਰ ਬੜੀ ਬਖਸ਼ਿਸ਼ ਕੀਤੀ। ਕਹਿਣ ਲੱਗੇ ਰਸਨਾ ਗੁਣ ਗੋਪਾਲ ਨਿਦ ਗਾਇਨ, ਸ਼ਾਂਤ ਸਹਿਜ ਰਹਸ ਮਨ ਉਪਜਿਓ, ਸਗਲੇ ਦੁਖ ਪਲਾਇਨ ਕਿ ਖੇ ਮੇਰੀ ਰਸਨਾ। ਮਾਲਕ ਦੇ ਨਾਮ ਦੇ ਨਾਲ ਸਦੀਵ ਜੁੜੀ ਰਹੇਂਗੇ, ਉਸ ਦੇ ਗੁਣਾਂ ਨੂੰ ਗਾਏਂਗੇ ਤੇ ਆਇਆ ਹੋਇਆ ਇਹ ਸਰੀਰ ਸਫਲਾ ਹੋ ਜਾਏਗਾ। ਜੇ ਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ। ਕੰਨਾਂ ਨੂੰ ਪਰਮਾਤਮਾ ਦੇ ਨਾਮ ਵਾਲੇ ਪਾਸੇ ਜੋੜਨ ਦਾ ਯਤਨ ਕਰ। ਜੇ ਬਾ ਤੇਰੀ ਮਾਲਕ ਦੇ ਗੁਣਾਂ ਨੂੰ ਗਾਉਂਦੀ ਹੋਵੇ, ਕਉ ਨਾਨਕ ਸੁਨ ਰੇ ਮਨਾ, ਪਰੈ ਨਾ ਜਮ ਕੈ ਧਾਮ। ਕਿ ਖੇ ਮੇਰੇ ਮੇਰੇ ਮਨ, ਜਿਸ ਨੇ ਆਪਣੇ ਇਹਨਾਂ ਸਰਵਣਾਂ ਨੂੰ, ਆਪਣੀ ਰਸਨਾ ਨੂੰ ਕਰਤੇ ਦੇ ਨਾਮ ਦੇ ਨਾਲ ਜੋੜ ਲਿਆ, ਫਿਰ ਕਹਿਣ ਲੱਗੇ ਉਹ ਜਮ ਦੇ ਧਾਮ ਦੇ ਅੰਦਰ ਨਹੀਂ ਜਾਏਗਾ। ਜਦੋਂ ਅਗਲੇ ਬਚਨ ਪੜੇ, ਸਹਿਬ ਕਹਿ ਲੱਗੇ ਨੇ ਜੋ ਪ੍ਰਾਨੀ ਮਮਤਾ ਤਜੈ, ਕਿ ਜਿਹੜਾ ਪ੍ਰਾਣੀ ਮਾਇਆ ਦੀ ਮਮਤਾ ਨੂੰ ਤਿਆਗ ਦੇ। ਪਿੱਛੇ ਵੀ ਇਹ ਬਚਨ ਆਏ ਸਨ ਸਾਹਿਬ ਦੇ, ਆਪਾਂ ਸਾਂਝੇ ਕਰ ਰਹੇ ਸਾਂ ਕਿ ਮਾਇਆ ਤਿਆਗਣ ਵਾਸਤੇ ਸਤਿਗੁਰੂ ਨੇ ਕਿਤੇ ਨਹੀਂ ਕਿਹਾ, ਕਿਉਂਕਿ ਮਾਇਆ ਤੋਂ ਬਿਨਾ ਕਿਸੇ ਦਾ ਵੀ ਗੁਜ਼ਰਾਨ ਨਹੀਂ। ਸਹਿਬ ਕਹਿਣ ਲੱਗੇ ਜੋ ਪ੍ਰਾਨੀ ਮਮਤਾ ਤਜੈ, ਜਿਹੜਾ ਮਾਇਆ ਦੀ ਮਮਤਾ ਨੂੰ ਆਪਣਾ ਪਨ ਵਿੱਚੋਂ ਪਾਸੇ ਕਰ ਦਿੰਦਾ ਹੈ, ਹਉ ਹਉ ਮੈਂ ਵਿੱਚੋਂ ਖੋਵੇ ਵਾਲੀ ਗੱਲ ਉਸ ਨੂੰ ਸਮਝ ਆ ਜਾਂਦੀ ਏ। ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਹੰਕਾਰ, ਉਹ ਲੋਭ ਦਾ ਤਿਆਗ ਕਰ ਦੇ। ਜੋ ਉਸ ਦੇ ਕੋਲ ਹੈ, ਉਸ ਦੇ ਘਰ ਪਰਿਵਾਰ ਸਾਰਾ ਕੁਝ ਦੇਖਦਾ ਹੋਇਆ ਇਹ ਨਾ ਹੋਵੇ ਕਿ ਗਵਾਂਢੀ ਦਾ ਘਰ ਉੱਚਾ ਹੋ ਜਾਏ ਤੇ ਉਹ ਰੋਣਾ ਕਲਪਣਾ ਸ਼ੁਰੂ ਕਰ ਦੇ। ਕਿਉਂਕਿ ਅੱਜ ਦਾ ਬਹੁਤਾਤ ਇਨਸਾਨ ਜਿਹੜਾ ਹੈ ਆਪਣੇ ਦੁੱਖ ਤੋਂ ਦੁਖੀ ਨਹੀਂ, ਅੱਜ ਦੂਸਰੇ ਦੇ ਸੁੱਖ ਨੂੰ ਦੇਖ ਦੇਖ ਕੇ ਦੁਖੀ ਹੋਈ ਜਾਂਦਾ ਹੈ। ਸਹਿਬ ਕਹਿਣ ਲੱਗੇ ਤੂੰ ਵੀ ਮਿਹਨਤ ਕਰ, ਤੂੰ ਵੀ ਅੱਗੇ ਵਧਣ ਦਾ ਯਤਨ ਕਰ। ਇਹ ਸੁੱਖ ਦੁਨੀਆ ਦੇ ਸਾਰੇ ਤੇਰੇ ਕੋਲ ਵੀ ਆ ਸਕਦੇ ਨੇ। ਰੱਬ ਨੇ, ਗੁਰੂ ਨੇ ਕਿਤੇ ਨਹੀਂ ਕਿਹਾ ਕਿ ਤੂੰ ਇਹਨਾਂ ਕੰਮਾਂ ਨੂੰ ਛੱਡ ਦੇ, ਜ਼ਿੰਮੇਵਾਰੀਆਂ ਨੂੰ ਛੱਡ ਦੇ, ਘਰ ਪਰਿਵਾਰ ਨੂੰ ਛੱਡ ਦੇ ਤੇ ਤੂੰ ਸਾਰਾ ਦਿਨ ਗੁਰੂ ਘਰ ਅੰਦਰ ਹੀ ਬੈਠਾ ਰਹੇਗਾ ਤਾਂ ਪ੍ਰਵਾਨ ਹੋਏਗਾ। ਸਾਰਾ ਕੁਝ ਕਰਦੇ ਹੋਏ, ਜਗਤ ਦੇ ਕੰਮ ਧੰਦੇ ਕਰਦੇ ਹੋਏ ਵੀ ਗੁਰੂ ਗੁਰੂ ਜਪਿਆ ਜਾ ਸਕਦਾ ਹੈ। ਸਵੇਰੇ ਸ਼ਾਮ ਨੇਮ ਨੂੰ ਨਿਭਾ, ਕਿਉਂਕਿ ਸਤਿਗੁਰੂ ਨੇ ਇਹ ਮਰਿਆਦਾ ਥਾਪ ਦਿੱਤੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਕਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ
ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਜਾਂ ਸਾਹਿਬ ਨੇ ਇੱਕ ਹੋਰ ਥਾਂ ਤੇ ਕਿਹਾ, ਕਹਿ ਲੱਗੇ ਹੱਸੰਦਿਆਂ ਖੈਲੰਦਿਆਂ ਪਹਿਨੰਦਿਆਂ ਖਵੰਦਿਆਂ, ਕੁਝ ਵੀ ਨਹੀਂ ਸਾਹਿਬ ਨੇ ਕਿਹਾ ਕਿ ਛੱਡ ਕੇ ਚਲੇ ਜਾਓ। ਹੱਸੰਦਿਆਂ ਖੈਨੰਦਿਆਂ ਪਹਿਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ, ਤੂੰ ਇਹ ਸਾਰੀਆਂ ਜ਼ਿੰਮੇਵਾਰੀਆਂ ਅੰਦਰ ਰਹਿੰਦਾ ਹੋਇਆ ਹੀ ਮੁਕਤ ਹੋ ਜਾਏਗਾ। ਬਸ ਗੁਰੂ ਨਾਨਕ ਸਾਹਿਬ ਦੇ ਘਰ ਦੀ ਇਸ ਬਾਤ ਨੂੰ ਸਮਝਣ ਦੀ ਜ਼ਰੂਰਤ ਹੈ। ਸਾਹਿਬ ਕਹਿਣ ਲੱਗੇ ਸਭ ਕੁਝ ਕਰ, ਪਰ ਨਾਲ ਨਾਲ ਵਿਕਾਰਾਂ ਦਾ ਤਿਆਗ ਕਰ, ਤੇ ਘਰ ਦੇ ਅੰਦਰ ਹੀ ਤੂੰ ਸੰਤ, ਘਰ ਦੇ ਅੰਦਰ ਹੀ ਤੂੰ ਭਗਤ ਹੋ ਸਕਦਾ ਹੈ। ਕਿਉਂਕਿ ਕਿਸੇ ਵੀ ਗੁਰੂ ਸਾਹਿਬਾਨ ਨੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ, ਗ੍ਰਸਥ ਨੂੰ ਨਿਭਾਇਆ, ਤੇ ਜਿੰਨੇ ਵੀ ਭਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਏ, 15 ਭਗਤ ਕਹਿ ਲਈਏ, 11 ਭੱਟ ਸਾਹਿਬਾਨ, 3 ਗੁਰਸਿੱਖਾਂ ਦੀ ਬਾਣੀ, ਕਿਸੇ ਦੇ ਵੀ ਵਿਚਾਰ ਨੂੰ ਪੜ੍ਹ ਲਈਏ, ਕਿਸੇ ਦੇ ਜੀਵਨ ਨੂੰ ਪੜ੍ਹ ਲਈਏ, ਇੱਥੇ ਵੇਲਿਆਂ ਨੂੰ ਕੋਈ ਥਾਂ ਨਹੀਂ ਦਿੱਤਾ ਗਿਆ। ਜਿਨ੍ਹਾਂ ਨੇ ਕਿਰਤ ਕੀਤੀ, ਸੁਚੱਜੀ ਕਿਰਤ, ਭਾਵੇਂ ਭਗਤ ਰਵਿਦਾਸ ਜੀ ਵਰਗਿਆਂ ਨੇ ਚੌਂਕ ਅੰਦਰ ਬੈਠ ਕੇ ਜੋੜੇ ਹੀ ਗੰਢੇ ਹਨ, ਪਰ ਨਾਲ ਨਾਲ ਉਹਨਾਂ ਨੇ ਕਈਆਂ ਦੇ ਟੁੱਟੇ ਹੋਏ ਮਨ ਵੀ ਗੰਢ ਦਿੱਤੇ, ਕਰਤੇ ਦੇ ਨਾਲ ਜੋੜ ਦਿੱਤੇ। ਉਹਨਾਂ ਕਿਰਤੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਾਨ ਸਨਮਾਨ ਦਿੱਤਾ ਗਿਆ। ਸਤਿਗੁਰੂ ਦਾ ਘਰ ਵੇਲਣਾ ਨੂੰ ਪ੍ਰਵਾਨ ਨਹੀਂ ਕਰਦਾ, ਇੱਥੇ ਕਿਰਤ ਕਰੋ ਦੀ ਗੱਲ ਕੀਤੀ ਗਈ। ਸਾਹਿਬ ਕਹਿ ਰਹੇ ਨੇ, ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਹੰਕਾਰ ਵਿਕਾਰਾਂ ਨੂੰ ਪਾਸੇ ਕਰ ਦੇ, ਕਹੋ ਨਾਨਕ ਆਪਨ ਤਰੈ, ਉਹ ਆਪ ਤੇ ਤਰੇਗਾ ਹੀ ਤਰੇਗਾ, ਪਤਾ ਨਹੀਂ ਹੋਰ ਕਿੰਨਿਆਂ ਦਾ ਉਹ ਭਲਾ ਕਰ ਜਾਏ। ਕਹੋ ਨਾਨਕ ਆਪਨ ਤਰੈ ਔਰਨ ਲੇਤ ਉਧਾਰ। ਦੇਖੋ ਮਾਲਕ ਦੀ ਸਿਫਤ ਸਲਾਹ ਕਰਨੀ ਪਏਗੀ। ਸਤਿਗੁਰੂ ਦੀ ਪਾਵਨ ਬਾਣੀ ਪੜ੍ਹਦੇ ਆ, ਤੇ ਸਾਹਿਬ ਜੀ ਨੇ ਜੋ ਮੈਂ ਜ਼ਿਕਰ ਕਰ ਰਿਹਾ, ਖਾਸ ਕਰਕੇ ਇੱਕ ਰਸਨਾ ਦੀ ਗੱਲ ਤੇ ਇੱਕ ਕੰਨਾਂ ਦੀ ਗੱਲ ਸਾਹਿਬ ਜੀ ਨੇ ਅੱਜ ਵਧੇਰੇ ਕੀਤੀ ਹੈ। ਹੁਣ ਮਾਲਕ ਦੀ ਸਿਫਤ ਕਰਾਂਗੇ ਤੇ ਤਾਂ ਕਰਤੇ ਨਾਲ ਸੰਬੰਧ ਬਣਨੇ, ਤੇ ਸਿਫਤ ਜਿਹੜੀ ਹੈ ਉਹ ਜੇਬਾਂ ਦੇ ਨਾਲ ਹੀ ਹੋਵੇਗੀ। ਸਾਹਿਬ ਜੀ ਨੇ 2-3 ਉਦਾਹਰਨਾਂ ਦਿੱਤੀਆਂ। ਕਹਿਣ ਲੱਗੇ, ਇੱਕ ਕਾਂਸੀ ਦਾ ਕਿਤੇ ਬਰਤਨ ਟੁੱਟ ਜਾਏ ਤੇ ਉਸ ਨੂੰ ਜੋੜਨ ਵਾਲਾ ਕਾਂਸੀ ਦਾ ਹੀ ਮਟੀਰੀਅਲ ਲਏਗਾ ਤੇ ਉਸ ਨੂੰ ਜੋੜ ਦੇਗਾ। ਜੇ ਸਾਹਿਬ ਕਹਿਣ ਲੱਗੇ ਕਿਤੇ ਸੋਨੇ ਦਾ ਕੋਈ ਬਰਤਨ ਹੋਵੇ, ਸੋਨੇ ਦੀ ਕੋਈ ਚੀਜ਼ ਹੋਵੇ, ਉਹ ਟੁੱਟ ਜਾਏ ਤੇ ਉਸੇ ਹੀ ਮਟੀਰੀਅਲ ਦੇ ਨਾਲ ਉਹ ਚੀਜ਼ ਨੂੰ ਫਿਰ ਜੋੜਿਆ ਜਾ ਸਕਦਾ ਹੈ, ਉਸ ਦਾ ਜੋੜ ਜਿਹੜਾ ਹੈ ਉਹ ਲੱਗ ਜਾਏਗਾ। ਜੇ ਕੋਈ ਲੋਹੇ ਦੀ ਚੀਜ਼ ਟੁੱਟ ਜਾਏ ਤੇ ਲੋਹੇ ਦੀ ਚੀਜ਼ ਵੀ ਉਸੇ ਮਟੀਰੀਅਲ ਦੇ ਨਾਲ ਜੋੜੀ ਜਾ ਸਕਦੀ ਹੈ। ਇਹ ਨਹੀਂ ਕਿ ਸੋਨੇ ਦੀ ਚੀਜ਼ ਟੁੱਟੀ ਤੇ ਲੋਹੇ ਨਾਲ ਜੋੜ ਦਿੱਤੀ, ਲੋਹੇ ਦੀ ਚੀਜ਼ ਟੁੱਟ ਗਈ ਤੇ ਉਹ ਸੋਨੇ ਦੇ ਨਾਲ ਜੋੜ ਦਿੱਤੀ। ਸਾਹਿਬ ਕਹਿਣ ਲੱਗੇ ਉਸੇ ਦੇ ਨਾਲ ਹੀ ਉਹ ਜੋੜ ਲੱਗ ਸਕਦਾ ਹੈ। ਕਹਿਹਾਂ ਕੰਚਨ ਟੁੱਟੈ ਸਾਰ, ਸਾਰ ਦਾ ਅਰਥ ਹੈ ਲੋਹਾ, ਕਹਿਆਂ ਦਾ ਅਰਥ ਹੈ ਕਾਂਸੀ ਦੇ ਭਾਂਡੇ, ਸੋਨੇ ਦਾ ਅਰਥ ਸੋਨੇ ਦੇ ਬਰਤਨ, ਕੋਈ ਸੋਨੇ ਦੀ ਚੀਜ਼। ਕਹਿਹਾਂ ਕੰਚਨ ਟੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ। ਇਹਨਾਂ ਨੂੰ ਜੋੜਨ ਵਾਲਾ ਲੋਹਾਰ ਜਿਹੜਾ ਹੋਵੇਗਾ ਉਹ ਉਸੇ ਮਟੀਰੀਅਲ ਦੇ ਨਾਲ ਇਹਨਾਂ ਨੂੰ ਜੋੜ ਦੇਗਾ। ਤੇ ਜਦੋਂ ਸਾਡੇ ਟੁੱਟਿਆਂ ਹੋਇਆਂ ਜੀਵਾਂ ਦੀ ਗੱਲ ਆਈ, ਅੱਗੇ ਜਾ ਕੇ ਸਾਹਿਬ ਨੇ ਫਿਰ ਉਸੇ ਸ਼ਬਦ ਅੰਦਰ ਇਹ ਜ਼ਿਕਰ ਕਰ ਦਿੱਤਾ। ਕਹਿਣ ਲੱਗੇ, ਸਿਫਤੀ ਗੰਢ ਪਵੇ ਸੰਸਾਰ, ਜੇ ਤੂੰ ਰੱਬ ਦੇ ਨਾਲੋਂ ਆਪਣੇ ਕੀਤੇ ਹੋਏ ਕਰਮਾਂ ਕਰਕੇ ਟੁੱਟ ਗਿਆ, ਵਿਛੋੜਾ ਪੈ ਗਿਆ, ਤੇ ਹੁਣ ਮਾਲਕ ਦੀ ਸਿਫਤ ਕਰੀ ਜਾ, ਉਸੇ ਹੀ ਅਸਲੇ ਦੇ ਨਾਲ ਤੇਰਾ ਦੁਬਾਰਾ ਫਿਰ ਸੰਬੰਧ ਬਣ ਜਾਏਗਾ। ਤੂੰ ਆਪਣੇ ਅਸਲੇ ਦੇ ਨਾਲ ਫਿਰ ਜੁੜ ਸਕਦਾ ਹੈ। ਸਾਹਿਬ ਜੀ ਨੇ ਜੋ ਅਰਮਤਾ ਅੰਦਰ ਬੋਲ ਸਾਂਝੇ ਕੀਤੇ, ਕਹਿਣ ਲੱਗੇ, ਜੇਬਾ ਗੁਣ ਗੋਬਿੰਦ ਭਜੋ, ਕਰਨ ਸੁਨੋ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ, ਪਰੈ ਨ ਜਮ ਕੇ ਧਾਮ।
एक जेबा ते एक कन्ना दी गल। इस शरीर दे अंदर 5 ज्ञान इंद्रे खन, 5 कर्म इंद्रे खन। इन्हां विचों खास करके 2 दा अज जिक्र साहिब जी वधेरे कर रहे ने। भावें पावन बाणी नूं पढ़दे आ ते सतगुरु जी ने ਵੱਖ-ਵੱਖ ਇੰਦਰੀਆਂ ਨੂੰ ਵੀ ਬੜਾ ਸੰਬੋਧਨ ਕੀਤਾ ਹੈ। ਆ ਆਨੰਦ ਸਾਹਿਬ ਦੀ ਬਾਣੀ ਆਪ ਜੀ ਪੜ੍ਹ ਕੇ ਸਮਾਪਤੀ ਨਿਤਨੇਮ ਦੀ ਕੀਤੀ। ਜਿਸ ਵਕਤ ਇਸ ਆਨੰਦ ਸਾਹਿਬ ਜੀ ਦੀਆਂ ਆਪਾਂ ਪਿਛਲੀਆਂ 10 ਪੌੜੀਆਂ ਨੂੰ ਦੇਖਦੇ ਆਂ ਤੇ ਕਦੀ ਸਤਿਗੁਰੂ ਜੀ ਨੇ ਇਹਨਾਂ ਕੰਨਾਂ ਦੀ ਗੱਲ ਕੀਤੀ, ਕਦੀ ਸਤਿਗੁਰੂ ਜੀ ਨੇ ਨੇਤਰਾਂ ਦੀ ਗੱਲ ਕੀਤੀ ਕਿ ਇਹ ਨੇਤਰੋ ਮੇਰਿਓ ਹਰ ਜੋ ਤੁਮ ਮੈਂ ਜੋਤ ਰੱਖੀ, ਤੁਹਾਡੇ ਅੰਦਰ ਕਰਤੇ ਦੀ ਜੋਤ ਟਿਕੀ ਹੋਈ ਹੈ। ਕਦੀ ਸਤਿਗੁਰੂ ਜੀ ਨੇ ਰਸਨਾ ਨੂੰ ਸੰਬੋਧਨ ਕੀਤਾ। ਧਿਆਨ ਦੇ ਨਾਲ ਆਪ ਪਾਠ ਕਰੋਗੇ ਤੇ ਵੱਖ-ਵੱਖ ਇੰਦਰੀਆਂ ਦਾ ਸਾਹਿਬ ਜੀ ਨੇ ਅੰਦਰ ਜ਼ਿਕਰ ਕਰ ਦਿੱਤਾ। ਹੁਣ ਇਸੇ ਅੰਦਰ ਰਸਨਾ ਦੀ ਵੀ ਗੱਲ ਆਈ, ਇਸੇ ਅੰਦਰ ਸਰਵਣਾ ਦੀ ਵੀ ਗੱਲ ਆਈ। ਜਿਸ ਵਕਤ ਆਪਾਂ ਪੌੜੀ ਸਰਵਣਾ ਕੰਨਾਂ ਸੰਬੰਧੀ ਪੜ੍ਹੀ ਤੇ ਉਸੇ ਅੰਦਰ ਹੀ ਰਸਨਾ ਦੀ ਵੀ ਗੱਲ ਆ ਗਈ। ਜਦੋਂ ਸਾਹਿਬ ਨੇ ਕਿਹਾ ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੋ ਪਠਾਏ, ਤੁਹਾਨੂੰ ਕਿਸੇ ਦੀ ਨਿੰਦਿਆ ਚੁਗਲੀ ਕਰਨ ਵਾਸਤੇ ਇਸ ਸਰੀਰ ਦੇ ਨਾਲ ਨਹੀਂ ਲਾਇਆ, ਤੁਹਾਨੂੰ ਕਰਤੇ ਦੀ ਇਹ ਬਾਤ ਬੰਦਗੀ ਕਰਨ ਵਾਸਤੇ ਜੋੜਿਆ ਸੀ। ਇਹ ਸਰੀਰਾ ਮੇਰਿਆ ਇਸ ਜਗ में आए के क्या तुद कर्म कमाया, जदों लेखा होवेगा उस वक्त की जवाब देवेगा। सहम कह रहे ने ए सरवणो मेरेओ सच है सुनने नो पठाए, सच है सुनने नो पठाए, शरीर लाए सुनो सत बाणी, जित सुनी मन तन खरिया हुआ। ते अगला बचन रसना रस समाणी। गल देखो कन्नां दी सरवणां दी चल रही है ते नाल ही साहब जी ने रसना दी गल कर दित्ती। क्योंकि जेड़ा इंसान पहला कुछ सुनेगा वो ही कुछ बोल सकता है। बचपन दे अंदर कोई बच्चा जे पहला कुछ सुनेगा नहीं ते वो कदी भी अपनी रसना तो कुछ बोल नहीं सकता। साडे घर परिवार दे अंदर जां पंजाबी कल्चर दे अंदर कह लीए कोई बच्चा साडे घर अंदर पैदा हो गया, ਹੁਣ ਪੈਦਾ ਤੇ ਪੰਜਾਬੀਆਂ ਦੇ ਘਰ ਅੰਦਰ ਹੋਇਆ ਤੇ ਬਚਪਨ ਦੇ ਅੰਦਰ ਹੀ ਕਿਸੇ ਹੋਰ ਘਰ ਦੇ ਅੰਦਰ ਜਿਹੜੇ ਕੋਈ ਹੋਰ ਹੀ ਭਾਸ਼ਾ ਬੋਲਦੇ ਹੋਣ ਉਹਨਾਂ ਦੇ ਘਰ ਅੰਦਰ ਛੱਡ ਦਿੱਤਾ ਜਾਏ। 8-10 ਸਾਲ ਉਸ ਘਰ ਅੰਦਰ ਰਹੇ, ਉਹ ਹੁਣ ਸਾਡੀ ਬੋਲੀ ਨਹੀਂ ਬੋਲੇਗਾ, ਉਹ ਜਿਸ ਪਰਿਵਾਰ ਦੇ ਅੰਦਰ ਰਹਿੰਦਾ ਹੈ ਹੁਣ ਉਹਨਾਂ ਦੀ ਬੋਲੀ ਹੀ ਬੋਲੇਗਾ। ਕਿਉਂਕਿ ਜੋ ਕੁਝ ਉਸਨੇ ਸੁਣਿਆ ਹੈ ਬਸ ਉਹੀ ਕੁਝ ਉਸ ਦੀ ਰਸਨਾ ਤੋਂ ਨਿਕਲੀ ਜਾਏਗਾ। ਜਿਵੇਂ ਆਪਾਂ ਗੁਰੂ ਘਰਾਂ ਦੇ ਅੰਦਰ ਜਾਂ ਘਰਾਂ ਦੇ ਅੰਦਰ ਦੇਖਨੇ ਆ ਕਿਸੇ ਬਰਤਨ ਦੇ ਅੰਦਰ ਭਾਜੀ ਸਬਜੀ ਦਾਲ ਪਾਈ ਹੋਵੇ, ਬਾਲਟੀ ਅੰਦਰ ਇਹ ਪਦਾਰਥ ਪਾਏ ਹੋਣ ਤੇ ਹੁਣ ਕੜਛੀ ਚਾਹੀਦੀ ਬਾਹਰ ਕੱਢਣ ਵਾਸਤੇ। ਕੜਛੀ ਦੇ ਨਾਲ ਉਸ ਭਾਂਡੇ ਵਿੱਚੋਂ ਬਾਲਟੀ ਵਿੱਚੋਂ ਬਰਤਨ ਵਿੱਚੋਂ ਅਸੀਂ ਕੁਝ ਪਾ ਕੇ ਤੇ ਬਾਹਰ ਅੱਗੇ ਵਰਤਾ ਸਕਦੇ ਆ। ਬਸ ਇਸੇ ਤਰ੍ਹਾਂ ਜੋ ਭਾਂਡੇ ਅੰਦਰ ਬਰਤਨ ਅੰਦਰ ਹੈ ਕੜਛੀ ਵੀ ਉਹੀ ਅੱਗੇ ਵਰਤਾ ਸਕਦੀ ਏ ਜੋ ਸਾਡੇ ਕੰਨਾਂ ਅੰਦਰ ਸਰਵਣਾਂ ਦੇ ਅੰਦਰ ਗਿਆ। ਆ ਸਾਡੀ ਜੇਬਾ ਜਿਹੜੀ ਹੈ ਇਹ ਕੜਛੀ ਬਣ ਬਣ ਕੇ ਉਹੀ ਕੁਝ ਅੱਗੇ ਵਰਤਾਈ ਜਾਏਗੀ। ਜੋ ਕੁਝ ਅਸੀਂ ਸੁਣਿਆ ਜੋ ਕੁਝ ਸਾਡੇ ਅੰਦਰ ਉਹੀ ਇਹ ਕੰਮ ਫਿਰ ਅੱਗੇ ਰਸਨਾ ਕਰੀ ਜਾਂਦੀ ਹੈ। ਇਸ ਕਰਕੇ ਇਹ ਇਨਸਾਨ ਸੁਣਨ ਲੱਗਿਆਂ ਬੜਾ ਸੁਚੇਤ ਹੋ ਜਾ। ਇਹ ਨਾ ਹੋਏ ਕਿ ਕਿਸੇ ਦੀ ਨਿੰਦਿਆ ਚੁਗਲੀ ਕਰ ਕਰਕੇ ਇਸ ਅੰਦਰ ਨੂੰ ਭਰ ਲਿਆ ਤੇ ਉਹੀ ਕੁਝ ਫਿਰ ਰਸਨਾ ਤੋਂ ਨਿਕਲੀ ਜਾਏ। ਸਾਡੇ ਘਰ ਕਿਸੇ ਗਵਾਂਢੀ ਦੇ ਨਾਲ ਜਦੋਂ ਘਰ ਜੁੜਦੇ ਹੋਣ ਜੇ ਕਿਤੇ ਉਹ ਘਰ ਦੀ ਸਫਾਈ ਕਰਕੇ ਕੂੜਾ ਕਰਕਟ ਘਰ ਚੋਂ ਬਾਹਰ ਕੱਢ ਕੇ ਸਾਡੇ ਘਰ ਦੇ ਅੱਗੇ ਕਰ ਜਾਣ ਤੇ ਉਸੇ ਵਕਤ ਲੜਾਈ ਹੋ ਜਾਂਦੀ ਏ ਕਿ ਤੁਹਾਨੂੰ ਪਤਾ ਨਹੀਂ ਇਹ ਸਾਡਾ ਘਰ, ਆਪਣੇ ਘਰ ਦਾ ਕੂੜਾ ਕਰਕਟ ਚੁੱਕ ਕੇ ਕਿਤੇ ਦੂਰ ਸੁੱਟ ਕੇ ਆਓ, ਸਾਡੇ ਘਰ ਦੇ ਅੰਦਰ ਕਿਉਂ ਸੁੱਟਿਆ। ਪਰ ਜਿਸ ਵਕਤ ਅੰਦਰ ਦੀ ਗੱਲ ਕਰਦੇ ਆ ਤੇ ਉਸ ਵਕਤ ਕੂੜਾ ਕਰਕਟ ਜਿਹੜਾ ਹੈ ਸਭ ਕੁਝ ਸਾਡੇ ਉੱਤੇ ਹੀ ਪਈ ਜਾਂਦਾ ਹੈ। ਕਿਸੇ ਦੀ ਨਿੰਦਿਆ ਹੋਵੇ, ਚੁਗਲੀ ਹੋਵੇ, ਈਰਖਾ ਹੋਵੇ, ਦਵੈਸ਼ ਹੋਵੇ,
ਸਾਹਿਬ ਜੀ ਨੇ ਤੇ ਪਾਵਨ ਬਾਣੀ ਅੰਦਰ ਕੱਲਾ 5 ਤੱਕ ਹੀ ਸੀਮਤ ਨਹੀਂ ਰੱਖਿਆ। ਇੱਥੇ ਭਗਤਾਂ ਨੇ ਜ਼ਿਕਰ ਕੀਤਾ, ਕਹਿਣ ਲੱਗੇ ਸਰਵਰ ਪੰਖੀ ਖੇਕੜੋ ਫਾਹੀਵਾਲ 50, ਇੱਥੇ ਤੇ 50 ਹਨ ਜਿਹੜੇ ਇਸ ਮਨ ਨੂੰ ਡਲਾਉਣ ਦਾ ਯਤਨ ਕਰ ਰਹੇ ਨੇ। ਸਾਰੇ ਤੇਰਾ ਇਹ ਖੁੱਲਾ ਪਲਾਟ ਦੇਖ ਕੇ, ਖੁੱਲਾ ਘਰ ਦੇਖ ਕੇ ਹਰ ਕੋਈ ਕਚਰਾ, ਹਰ ਕੋਈ ਕੂੜਾ ਸੁੱਟੀ ਜਾਂਦਾ ਹੈ। ਤੂੰ ਕਿਸੇ ਨੂੰ ਕੁਝ ਨਹੀਂ ਕਹਿੰਦਾ, ਬਸ ਉਹੀ ਕੁਝ ਫਿਰ ਉਸ ਕੂੜੇ ਕਰਕਟ ਨੂੰ, ਉਸ ਨਿੰਦਿਆ ਚੁਗਲੀ ਨੂੰ ਤੂੰ ਚੁੱਕ ਚੁੱਕ ਕੇ ਅੱਗੇ ਵਰਤਾਈ ਜਾਂਦਾ। ਸਾਵਧਾਨ ਹੋ ਜਾ, ਜੋ ਕੰਮ ਤੇਰੇ ਕੰਨ ਕਰ ਰਹੇ ਨੇ, ਜੋ ਸੁਣ ਰਹੇ ਨੇ, ਉਹੀ ਕੁਝ ਅੱਗੇ ਜਾਏਗਾ। ਇੱਕ ਭਿਖਾਰੀ ਹੋਵੇ ਪਾਗਲ, ਥਾਂ ਥਾਂ ਤੇ ਉਹ ਮੰਗਦਾ ਫਿਰੇ। ਇੱਕ ਘਰ ਦੇ ਅੰਦਰ ਗਿਆ, ਬਰਤਨ ਦੇਖੋ ਉਸਦੇ ਕੋਲ ਇੱਕੋ ਹੀ ਹੈ। ਸਮਝਾਉਣ ਵਾਸਤੇ ਕਿਸੇ ਨੇ ਦੁੱਧ ਪਾ ਦਿੱਤਾ, ਅਗਲੇ ਘਰ ਦੇ ਅੰਦਰ ਗਿਆ ਫਿਰ ਮੰਗ ਰਿਹਾ ਹੈ। ਉਸਨੇ ਸਬਜ਼ੀ ਪਾ ਦਿੱਤੀ, ਅਗਲੇ ਘਰ ਦੇ ਅੰਦਰ ਗਿਆ, ਕੁਝ ਹੋਰ ਸਬਜ਼ੀ ਬਣੀ, ਉਹ ਪਾ ਦਿੱਤੀ। ਇਸ ਤਰ੍ਹਾਂ ਉਹ ਕਈ ਘਰਾਂ ਦੇ ਅੰਦਰ ਮੰਗਦਾ ਰਿਹਾ। ਉਸ ਭਾਂਡੇ ਦੇ ਅੰਦਰ ਬਹੁਤ ਕੁਝ ਪੈ ਗਿਆ ਤੇ ਕੀ ਉਹ ਪਦਾਰਥ ਹੁਣ ਖਾਣ ਦੇ ਲਾਇਕ ਰਹਿ ਗਿਆ, ਜਿੱਥੇ ਸਾਰਾ ਕੁਝ ਹੀ ਇੱਕ ਬਰਤਨ ਦੇ ਅੰਦਰ ਪਈ ਗਿਆ। ਸਾਡੇ ਹਿਰਦੇ ਅੰਦਰ ਵੀ ਬਹੁਤਾਤ ਇਸੇ ਤਰ੍ਹਾਂ ਹਰ ਇੱਕ ਪਦਾਰਥ ਪਈ ਜਾ ਰਿਹਾ ਹੈ, ਭਾਵੇਂ ਉਹ ਮੰਦਾ ਹੋਵੇ, ਭਾਵੇਂ ਉਹ ਚੰਗਾ ਹੋਵੇ। ਕਿਉਂਕਿ ਮੈਂ ਪਿਛਲੇ ਦਿਨੀ ਵੀ ਜ਼ਿਕਰ ਕੀਤਾ ਸੀ ਕਿ ਜੇ ਅਸੀਂ ਪਾਣੀ ਪੀਨੇ ਆ ਤੇ ਉਹ ਤੇ ਫਿਲਟਰ ਕਰ ਕਰਕੇ ਪੀ ਰਹੇ ਆ, ਤੇ ਵਿਚਾਰ ਜਿਹੜੇ ਹਨ ਸਾਡੇ ਅੰਦਰ ਫਿਲਟਰ ਹੋ ਕੇ ਨਹੀਂ ਜਾ ਰਹੇ। ਅਸੀਂ ਨਿੰਦਿਆ ਵੀ ਸੁਣ ਰਹੇ ਆ, ਚੁਗਲੀਆਂ ਵੀ ਕਰੀ ਜਾਂਦੇ ਆ। ਜਿੱਥੇ ਸੰਗਤ ਹੋਵੇ ਉੱਥੇ ਇਕੱਠ ਜਿਹੜਾ ਬੜਾ ਘੱਟ ਹੁੰਦਾ ਹੈ, ਤੇ ਜਿੱਥੇ ਕਿਸੇ ਦੀ ਨਿੰਦਿਆ ਚੁਗਲੀ ਹੁੰਦੀ ਹੋਵੇ, ਬੁਰਾ ਕੰਮ ਹੁੰਦਾ ਹੋਵੇ, 1-2 ਮਿੰਟਾਂ ਦੇ ਅੰਦਰ ਅੰਦਰ ਪਤਾ ਨਹੀਂ ਉੱਥੇ ਕਿੰਨੀ ਭੀੜ ਇਕੱਠੀ ਹੋ ਜਾਵੇਗੀ। ਕਿਉਂਕਿ ਰੱਬ ਦੀਆਂ ਸਿਫਤਾਂ, ਗੁਰੂ ਦੀਆਂ ਗੱਲਾਂ ਸੁਣਨੀਆਂ ਤੇ ਕਰਨੀਆਂ ਜਿਹੜੀਆਂ ਹਨ, ਇਹ ਬਹੁਤਾਤ ਸਾਨੂੰ ਔਖੀਆਂ ਲੱਗਦੀਆਂ ਨੇ। ਪਰ ਸਹਿਮ ਕਹਿ ਰਹੇ ਨੇ ਕਿ ਜੇ ਕੁਝ ਚੰਗਾ ਸੁਣੇਗਾ ਤੇ ਤਾਂ ਹੀ ਕੁਝ ਇਸ ਰਸਨਾ ਤੋਂ ਚੰਗਾ ਤੂੰ ਬੋਲ ਸਕਦਾ ਹੈ। ਇੱਥੇ ਜਦੋਂ ਭਗਤ ਸਾਹਿਬਾਨਾਂ ਦੇ ਬਚਨ ਆਪਾਂ ਪੜ੍ਹਦੇ ਆਂ, ਪਹਿਲਾਂ ਵੀ ਇੱਕ ਦਿਨ ਮੈਂ ਇਹਨਾਂ ਵਿਚਾਰਾਂ ਨੂੰ ਇਸ ਅਸਥਾਨ ਤੇ ਸਾਂਝਾ ਕੀਤਾ ਸੀ। ਜਦੋਂ ਭਗਤ ਧੰਨਾ ਜੀ ਸੰਬੰਧੀ ਆਪਾਂ ਪਾਵਨ ਬਾਣੀ ਵਿੱਚੋਂ ਪੜ੍ਹਦੇ ਆਂ ਤੇ ਬਹੁਤਾਤ ਗੁਰਮਤ ਨੂੰ ਨਾ ਸਮਝਦੇ ਹੋਏ ਅਸੀਂ ਉਹਨਾਂ ਨੂੰ ਪੱਥਰ ਤੱਕ ਹੀ ਸੀਮਤ ਕਰ ਦਿੰਦੇ ਆ। ਮੈਂ ਨਹੀਂ ਕਹਿ ਰਿਹਾ, ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਹੈ ਕਿ ਪੱਥਰ ਅੰਦਰ ਰੱਬ ਤੇ ਹੈ, ਪਰ ਕੱਲਾ ਪੱਥਰ ਦੇ ਅੰਦਰ ਰੱਬ ਨਹੀਂ। ਨਾ ਹੀ ਭਗਤ ਧੰਨਾ ਜੀ ਨੇ ਉਸ ਪੱਥਰ ਦੇ ਵਿੱਚੋਂ ਇਹ ਰੱਬ ਪ੍ਰਗਟ ਕੀਤਾ। ਗੁਰੂ ਅਰਜਨ ਸਾਹਿਬ ਕਹਿ ਰਹੇ ਨੇ, ਮੈਂ ਨਹੀਂ ਕਹਿ ਰਿਹਾ, ਕਿਉਂਕਿ ਜਿਸ ਵਕਤ ਆਪ ਪਾਵਨ ਬਾਣੀ ਨੂੰ ਧਿਆਨ ਦੇ ਨਾਲ ਪੜੋਗੇ ਉਸ ਵਕਤ ਪਤਾ ਲੱਗਣਾ ਕਿਤੇ ਕਿਤੇ ਭਗਤ ਸਾਹਿਬਾਨਾਂ ਦੇ ਜਦੋਂ ਬਚਨ ਚੱਲਦੇ ਨੇ ਤੇ ਵਿੱਚ ਹੀ ਗੁਰੂ ਸਾਹਿਬ ਜੀ ਨੂੰ ਕੋਈ ਨਾ ਕੋਈ ਗੱਲ ਜਿਹੜੀ ਹੈ ਉਹ ਕਹਿਣੀ ਪੈ ਜਾਂਦੀ ਹੈ। ਇਹ ਨਹੀਂ ਕਿ ਭਗਤ ਜੀ ਕੁਝ ਬਚਨ ਗਲਤ ਕਰ ਗਏ ਨੇ, ਨਹੀਂ, ਭਗਤ ਜੀ ਬਚਨ ਬੜਾ ਡੀਪਲੀ ਕਰ ਗਏ ਨੇ। ਆਮ ਇਸ ਮਨੁੱਖਤਾ ਨੂੰ ਪਤਾ ਨਹੀਂ ਲੱਗਣਾ, ਉੱਪਰੋਂ ਹੀ ਸ਼ਾਇਦ ਇਹ ਗੱਲ ਨਿਕਲ ਜਾਏ। ਤੇ ਗੁਰੂ ਸਾਹਿਬ ਜੀ ਨੇ ਕਿਤੇ ਕਿਤੇ ਫਿਰ ਉਹਨਾਂ ਗੱਲਾਂ ਨੂੰ ਆਪਣੇ ਵੱਲੋਂ ਹੋਰ ਕਲੀਅਰ ਕਰ ਦਿੱਤਾ ਕਿ ਇਸ ਮਨੁੱਖਤਾ ਨੂੰ ਸਮਝ ਆ ਜਾਏ। ਇੱਕ ਤਾਂ ਤੇ ਆਪਾਂ ਬਚਨ ਪੜ੍ਹਦੇ ਆਂ, ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਤੇ ਉਸ ਤੋਂ ਪਹਿਲਾਂ ਭਗਤ ਜੀ ਨੇ ਕਿਹਾ, ਕਹਿਣ ਲੱਗੇ ਇਹ ਤਨ ਤੇ ਹੈ, ਰੱਬ ਦੇ ਪਿਆਰੇ ਜਿਹੜੇ ਹਨ ਉਹਨਾਂ ਦੇ ਤਨ ਦੇ ਅੰਦਰ ਵੀ ਖੂਨ ਹੈ। ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਹੁਣ ਕੀ ਇਸ ਗੱਲ ਨੂੰ ਮੈਡੀਕਲ ਸਾਇੰਸ ਜਿਹੜੀ ਹੈ ਉਹ ਗਲਤ ਨਾ ਕਹਿ ਦੇਗੀ ਕਿ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ? ਕਿ ਰਤ ਤੋਂ ਬਿਨਾ, ਖੂਨ ਤੋਂ ਬਿਨਾ ਤਨ ਕੋਈ ਨਹੀਂ ਹੁੰਦਾ, ਸਰੀਰ ਕੋਈ ਨਹੀਂ ਹੁੰਦਾ। ਸ਼ਾਇਦ ਮਨੁੱਖਤਾ ਨੂੰ ਸਮਝਣਾ ਪੈਂਦੇ ਤੇ ਸਤਿਗੁਰੂ ਨੂੰ ਨਾਲ ਹੀ ਆਪਣੇ ਵੱਲੋਂ ਕਿਤੇ ਕਿਤੇ ਉਹ ਬਚਨ ਫਿਰ ਕਹਿਣੇ ਪੈ ਗਏ। ਕਹਿਣ ਲੱਗੇ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ। ਜੋ ਤਨ ਰਤੇ ਰੱਬ ਸਿਓ, ਤਿੰਨ ਤਨ ਲੋਭ ਰਤ ਨਾ ਹੋਏ। ਕਿ ਉਹਨਾਂ ਦੇ ਵਿੱਚ ਲੋਭ ਦਾ ਜਿਹੜਾ ਖੂਨ ਹੈ ਉਹ ਨਹੀਂ ਹੁੰਦਾ। ਗੱਲ ਜਿਹੜੀ ਹੈ ਉਹ ਕਲੀਅਰ ਕਰ ਦਿੱਤੀ ਗਈ। ਇਸੇ ਤਰ੍ਹਾਂ ਜਦੋਂ ਭਗਤ ਧੰਨਾ ਜੀ ਦੇ ਬਚਨ ਆਸਾ ਰਾਗ ਦੇ ਅੰਦਰ ਚੱਲਦੇ ਨੇ, ਭਗਤ ਜੀ ਦੇ ਬਚਨ ਆਏ ਤੇ ਨਾਲ ਹੀ
गुरु अर्जन साहब जी नूं अपने वल्लों ये गल कहनी पै गई कि दुनिया दे लोको क्यों भरम जाल दे अंदर पैंदे हो। इत्थे कर्म कांड नूं कोई थां नहीं, इत्थे पत्थर पूजन वालियां नूं कोई थां नहीं। इत्थे जिहड़े किरत सच दी करदे ने उन्हां ने संगत दे विचों ही परमात्मा दे मानो दर्शन दीदार कर लए। उन्हां ने सारी गल क्लीयर कीती। भगत कबीर साहब दा भी एक खैर बचन आउंदा है कि कबीर पाहन परमेश्वर कीया। भगत जी कहंदे मैं मनदा हां कि पत्थर जिहड़ा रब नहीं बनाया है, कबीर पाहन परमेश्वर कीया। पूजै सब संसार, मूर्ति दे रूप अंदर सारा संसार ही इस नूं पूजी जांदा है। पर नाल ही कहण लगे इस परवासा है पत्थर दे भरोसे जिहड़ा रहेगा। ये नहीं कहा कि गुरु दे भरोसे पूरे गुरु दे ते ऊपर भरोसा आपां करना ही करना। उत्थे कह लगे इस परवासे जोर है बूढ़े काली धार, जिहड़ा पत्थर दे भरोसे रह जाएगा वो डुब जाएगा। खैर उत्थे जिहड़े साहब जी ने बोल भगत धन्ना जी दे संबंध अंदर क्लीयर कीते कि मनुखता नूं पता लग जाए कि भगत धन्ना जी ने किस दी पूजा कीती। ते मैं इस विच ये बोल लै रहा कि भगत धन्ना जी ने फिर किन्नू किन्नू सुनिया, जो कुछ उन्होंने सुनिया वही उन्होंने अपनी रसना तो बोलिया ते वो भी भगतां दी लिस्ट दे अंदर दर्ज हो गए। सब तो पहला गुरु अर्जन साहब ने उत्थे जिहड़ी गल सांझी कीती, कह लगे भगत धन्ना जी ने जिन्हां नूं सुनिया गोबिंद 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 संग नाम दिओ मन लीना। 4-5 भगतां दा जिक्र चलेगा कि इन्हां दी संगत इन्हां दे बचन सुने। जदों सुने ते गल बनी गोबिंद 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 संग नाम दिओ मन लीना। आठ दाम को शीपरो होयो लखीना कि जेड़ा अद्धी कौडी दा बंदा भगत नामदेव, लोग कह रहे सन रब नहीं गुरु नहीं कहंदा, लोग कहंदे सन भगत नामदेव अद्धी कौडी दा बंदा, क्योंकि शूदरां दे घर अंदर पैदा होया। मंदिरां दे अंदर जांदे खन ते लोग धक्के मार देंदे ने, बाहर चल तैनू इत्थे कोई थां नहीं। पर जदों करते नू चेते कीता ते अज गुरु नानक गुरु अर्जन साहब जी ने बराबर हरमंदर दे अंदर बिठा दिता, जिथों कोई भी धक्के नहीं मार सकदा, कोई नहीं कह सकदा कि भगत नामदेव नीवी जात दा है, इस नू असीं नमस्कार नहीं करनी। क्योंकि हर की वडियाई देखो संतो हर निमाणिया मान दिवाए। जो धरती चरण तले ते ऊपर आवे त्यों नानक साध जना जगत आन सब पैरी पाए। जगत नू उन्हां दे पैरां ते पवा दिता जिन्हां नू मंदिरां विचों धक्के मारे गए। अगला बचन सी बुनना तन्ना त्याग के, ये भगत धन्ना जी सारा सुन रहे ने। बुनना तन्ना त्याग के प्रीत चरण कबीरा, नीच कुला जोलाहरा भयो गुणी गहीरा। हुण फिर नीच शब्द आया कि इन्हां नू लोग कहंदे सन नीवी कुल अंदर पैदा होए, ये उच्चे ब्राह्मणां दे बराबर बनारस दी धरती ते खड़े नहीं हो सकते। पर जिस वक्त करते नू चेते कीता इन्दी बख्शिश रहमत वापर गई। सतगुरां नू कहना पै जांदा है अब विपर प्रधान ते करें डंडौत, तेरे नाम शरणाए रविदास दासा। भावें भगत रविदास होवे कबीर जी होवे, उन्हां अगे भी ये बनारस दे उच्चे अखवाउण वाले पंडित उन्हां दे चरनां ते झुक जांदे ने, क्योंकि उन्हां ने करते नू आराध्या है। गोबिंद 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 संग नाम दिओ मन लीना, आठ दाम को शीपरो होयो लखीना। बुनना तन्ना त्याग के प्रीत चरण कबीरा। अगला बचने रविदास टवंता ढोर नीतिन त्यागी माया। माया नहीं त्यागी, माया दी ममता त्याग दिती। जे माया त्याग दिती ते जोड़ियां वास्ते चमड़ा कित्थों आएगा? बाकी काम जिहड़ा वो किवें चलेगा? सब कुछ उन्होंने रखिया पर माया दी ममता नू त्याग दिता। रविदास टवंता ढोर नीतिन त्यागी माया, प्रगट हुआ साध संग पत्थर चो नहीं, किसी मूर्ति चो नहीं, साध संगत दे विचों ही मानो रब प्रगट हो गया। समझ पै गई कि विच संगत हर प्रभ वसै जियो, इसे संगत दे अंदर रब दा वासा है। फिर अगे जाके उन्होंने होर भगतां दा जिक्र कीता। सैन नाई बुतकारिया ओ घर घर सुनिया, सुनन दी गल चल रही। सैन नाई बुतकारिया ओ घर घर सुनिया,
ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਉਹ ਸੈਣ ਨਾਈ ਜਿਹੜੇ ਘਰ ਘਰ ਅੰਦਰ ਸੁਨੇਹੇ ਦੇਣ ਜਾਂਦੇ ਸਨ, ਉਹ ਵੀ ਜਦੋਂ ਮਾਲਕ ਨੂੰ ਆਰਾਧਦੇ ਨੇ, ਇਸ ਰਸਨਾ ਦੇ ਨਾਲ ਗੁਰੂ ਗੁਰੂ ਕਰਤਾ ਜਪਦੇ ਨੇ, ਤੇ ਉਹ ਵੀ ਭਗਤ ਬਣ ਜਾਂਦੇ ਨੇ। ਹੁਣ ਅਗਲਾ ਬਚਨ ਗੁਰੂ ਅਰਜਨ ਸਾਹਿਬ ਦਾ ਧਿਆਨ ਦੇ ਨਾਲ ਸੁਣਿਓ। ਇਹ ਬਿਦ ਸੁਣ ਕੇ ਇਹ ਨਹੀਂ ਕਿਹਾ ਕਿ ਪੱਥਰ ਦਿੱਤਾ ਤੇ ਉਸ ਪੱਥਰ ਵਿੱਚੋਂ ਰੱਬ ਪ੍ਰਗਟ ਹੋ ਗਿਆ। ਗੁਰੂ ਦੇ ਬਚਨਾਂ ਨੂੰ ਕੱਲਾ ਪੜ੍ਹੀ ਨਾ ਜਾਈਏ, ਧਿਆਨ ਦੇ ਨਾਲ ਜਦੋਂ ਆਪਾਂ ਪੜ੍ਹ ਕੇ ਵਿਚਾਰਾਂਗੇ, ਕੋਈ ਵੀ ਕਰਮ ਕਾਂਡੀ ਪਖੰਡੀ ਸਾਨੂੰ ਨਹੀਂ ਲੁੱਟ ਸਕਦਾ, ਕਿਉਂਕਿ ਸਾਨੂੰ ਸਮਝ ਪੈ ਗਈ ਕਿ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ। ਜੇ ਗੁਰਮਤ ਸਮਝੀ ਕੋਈ ਨਾ ਤੇ ਪਤਾ ਨਹੀਂ ਕਿਹੜਾ ਕੰਨ ਫੜ ਕੇ ਕਿਸੇ ਪਾਸੇ ਲੈ ਜਾਏ। ਸਾਹਿਬ ਕਹਿਣ ਲੱਗੇ ਬੜੇ ਐਸੇ ਮਿਲ ਜਾਂਦੇ ਨੇ, ਕਹਿੰਦੇ ਕਹਿ ਜਾਵੇਂ ਕਿ ਸਾਡੇ ਬਾਬੇ ਕੋਲ ਚੱਲ, ਉਹ ਦੁਨੀਆ ਦੇ ਸਾਰੇ ਸੁੱਖ ਦੇ ਦਿੰਦਾ, ਪਰ ਕਹਿ ਲੱਗੇ ਉਸ ਦੇ ਪਿੱਛੇ ਲੱਗ ਕੇ ਨਾ ਤੁਰ ਪਈ। ਕਹਿੰਦੇ ਕਹਿ ਜਾਵੇਂ, ਪਰ ਤੂੰ ਕਹਿ ਤੁਮ ਸਾਰੇ ਅਵਰ ਨਾ ਕੋਈ, ਤੇਰੇ ਤੋਂ ਬਿਨਾਂ ਹੈ ਹੀ ਕੋਈ ਨਹੀਂ। ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਬਿਦ ਸੁਣ ਕੇ ਜਾਟਰੋ, ਜਾਟਰੋ ਦਾ ਅਰਥ ਹੈ ਭਗਤ ਧੰਨਾ ਜੀ ਜੱਟ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ, ਮੂਰਤੀ ਅੱਗੇ ਨਹੀਂ ਕਿਹਾ। ਇਹ ਬਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡ ਭਾਗਾ। ਜਦੋਂ ਭਗਤੀ ਕੀਤੀ ਤੇ ਸਪਸ਼ਟ ਹੋ ਗਿਆ ਕਿ ਰੱਬ ਦਾ ਵਾਸਾ ਤੇ ਹਰ ਥਾਂ ਤੇ ਹੈ। ਜੇ ਆਪਾਂ ਕਹੀਏ ਮੂਰਤੀ ਵਿੱਚੋਂ ਭਗਵਾਨ ਪਰਮਾਤਮਾ ਬਾਹਰ ਨਿਕਲ ਆਏ, ਤੇ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਹਨਾਂ ਬਚਨਾਂ ਦਾ ਕੀ ਕਰਾਂਗੇ ਜਿਹੜੇ ਰੋਜ਼ ਹੀ ਨਿਤਨੇਮ ਚ ਪੜ੍ਹਨੇ ਆ। ਪਿੱਛੇ ਆਪਾਂ ਵਿਚਾਰੇ ਵੀ ਨੇ ਕਿ ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਾ ਹਿੰਜੇ, ਕਿ ਉਹ ਪੰਜਾਂ ਤੱਤਾਂ ਦਾ ਰੱਬ ਸਰੀਰ ਨਹੀਂ, ਉਸ ਦਾ ਕੋਈ ਚੱਕਰ ਚਿੰਨ ਨਹੀਂ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿ ਰਹੇ ਨੇ ਕਿ ਉਹ ਇਸ ਤਰ੍ਹਾਂ ਸਾਹਮਣੇ ਆਉਣ ਵਾਲਾ ਨਹੀਂ, ਕਿਉਂਕਿ ਉਹ ਸਰੀਰ ਦੇ ਅੰਦਰ ਨਹੀਂ ਵਿਚਰਦਾ, ਉਹ ਸ਼ਕਤੀ ਹੈ। ਉਹ ਹਰ ਇੱਕ ਦੇ ਹਿਰਦੇ ਦੇ ਅੰਦਰ ਜੋਤ ਜਿਹੜੀ ਹੈ ਉਸ ਦੀ ਪਸਰੀ ਹੋਈ ਹੈ, ਜਿਸ ਨੂੰ ਭਗਤ ਨਾਮਦੇਵ ਜੀ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਜਿਵੇਂ ਮਾਲਾ ਹੈ, ਮਾਲਾ ਦੇ ਖਰ ਮਣਕੇ ਦੇ ਵਿੱਚੋਂ ਦੀ ਧਾਗਾ ਨਿਕਲਿਆ ਹੋਇਆ ਹੈ, ਹਰ ਮਣਕੇ ਵਿੱਚ ਧਾਗਾ ਹੈ। ਇਸੇ ਤਰ੍ਹਾਂ ਖਰ ਮਣਕੇ ਖਰ ਸਰੀਰ ਦੇ ਅੰਦਰ ਪਰਮਾਤਮਾ ਦੀ ਜੋਤ, ਸਭ ਮੈਂ ਜੋਤ, ਜੋਤ ਹੈ ਸੋਏ। ਮੂਰਤੀਆਂ ਨੂੰ ਪੂਜਣ ਵਾਲਿਆ, ਪੱਥਰਾਂ ਦੇ ਅੱਗੇ ਨੱਕ ਰਗੜਨ ਵਾਲਿਆ, ਕਿਤੇ ਆਪਣੇ ਅੰਦਰ ਪਰਮਾਤਮਾ ਦੀ ਜੋਤ ਨੂੰ ਦੇਖ ਲੈਂਦਾ ਤੇ ਸਾਰੀ ਗੱਲ ਸਮਝ ਪੈ ਜਾਣੀ ਸੀ। ਹੁਣ ਜਿਹੜੇ ਬਚਨ ਇਹ ਵਿਚਾਰਿਆ, ਇਹ ਬਿਦ ਸੁਣ ਕੇ, ਸੁਣਨ ਦੀ ਗੱਲ ਚੱਲ ਰਹੀ ਕਿ ਪਹਿਲਾਂ ਸੁਣ, ਜੇ ਸੁਣੇਗਾ ਤੇ ਫਿਰ ਤੇਰੀ ਰਸਨਾ ਵੀ ਉਹੀ ਕੁਝ ਬੋਲਣ ਲੱਗ ਜਾਏਗੀ। ਜਦੋਂ ਆਪਾਂ ਇਹਨਾਂ ਬਚਨਾਂ ਨੂੰ ਸੁਣਦੇ ਆਂ ਤੇ ਭਗਤ ਧੰਨਾ ਜੀ ਸੁਣ ਕੇ ਪਾਵਨ ਬਾਣੀ ਦੇ ਅੰਦਰ ਤਿੰਨ ਸ਼ਬਦਾਂ ਦਾ ਜਿਹੜਾ ਹੈ ਉਹ ਥਾਂ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਣਾ ਕੇ ਧੰਨੇ ਧੰਨ ਪਾਇਆ। ਧਰਣੀ ਤਰ ਮਿਲ ਜਨ, ਪੰਡਤ ਨਹੀਂ, ਬਚਨ ਪੜ੍ਹ ਲਿਓ, ਮਿਲ ਜਨ ਸੰਤ ਸਮਾਨਿਆ। ਜਦੋਂ ਸੰਤ ਜਨਾਂ ਦੀ ਵਿਚਾਰ ਨੂੰ ਸੁਣਿਆ ਤੇ ਭਗਤ ਧੰਨਾ ਜੀ ਦੀ ਸਾਂਝ ਕਰਤੇ ਦੇ ਨਾਲ ਬਣ ਗਈ। ਸਾਹਿਬ ਦਾ ਇੱਕ ਹੋਰ ਵੀ ਬਚਨ ਆਉਂਦਾ, ਭੋਲੇ ਭਾਏ ਮਿਲੇ ਰਘੁਰਾਇਆ। ਇਹਦਾ ਮਤਲਬ ਇਹ ਨਹੀਂ ਕਿ ਉਸ ਨੂੰ ਜਿੱਥੇ ਮਰਜੀ ਮੱਥੇ ਟਿਕਾਈ ਜਾਓ। ਭੋਲੇ ਭਾਵ ਦਾ ਇਹ ਕਿ ਚਤੁਰਾਈਆਂ ਸਿਆਣਪਾਂ ਨੂੰ ਤਿਆਗ ਦਿਆ, ਆਪਣੀ ਅਕਲ ਨੂੰ ਖੌਮੇ ਨੂੰ ਤਿਆਗ ਦਿਆ ਹੋਇਆ ਜਦੋਂ ਉਹ ਗੁਰੂ ਗੁਰੂ ਜਪਣ ਲੱਗ ਜਾਂਦਾ ਹੈ ਤੇ ਕੋਈ ਵੀ ਤਰ ਸਕਦਾ ਹੈ, ਭਾਵੇਂ ਉਹ ਸ਼ੂਦਰਾਂ ਦੀ ਕੁਲ ਦੇ ਅੰਦਰ ਹੀ ਕਿਉਂ ਨਾ ਪੈਦਾ ਹੋ ਗਿਆ ਹੋਵੇ। ਇਹ ਨਹੀਂ ਕਿ ਇੱਥੇ ਉੱਚੀ ਕੁਲ ਵਾਲੇ ਜਿਹੜੇ ਹਨ ਉਹਨਾਂ ਨੂੰ ਹੀ ਥਾਂ ਮਿਲੇਗਾ। ਨਹੀਂ, ਸਾਹਿਬ ਕਹਿਣ ਲੱਗੇ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਭਾਵੇਂ ਕਿਸੇ ਵੀ ਕੁਲ ਅੰਦਰ ਅਸੀਂ ਪੈਦਾ ਹੋ ਜਾਈਏ, ਸਾਡਾ ਬਾਪ ਸਾਡਾ ਪਿਤਾ ਤੂੰ ਹੀ ਹੈ। ਸਾਹਿਬ ਵੀ ਇਹੀ ਬਚਨ ਕਰ ਰਹੇ ਨੇ, ਜੇ ਪਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਜਦੋਂ ਇਹਨਾਂ ਕੰਨਾਂ ਦੇ ਨਾਲ ਕਰਤੇ ਦੀ ਸਿਫਤ ਸਲਾਹ ਨੂੰ ਸੁਣੇਗਾ, ਕਹੋ ਨਾਨਕ ਸੁਨ ਰੇ ਮਨਾ ਪਰੈ ਨਾ ਜਮ ਕੇ ਧਾਮ। ਫਿਰ ਵਿਕਾਰਾਂ ਦੇ ਘਰ ਦੇ ਅੰਦਰ ਨਹੀਂ ਤੈਨੂੰ ਜਾਣਾ ਪਏਗਾ, ਕਿਉਂਕਿ ਹੁਣ ਵਿਕਾਰਾਂ ਨੂੰ ਅੰਦਰ ਥਾਂ ਹੀ ਕੋਈ ਨਹੀਂ ਰਹਿ ਗਿਆ, ਕਰਤੇ ਦਾ ਵਾਸਾ ਅੰਦਰ ਹੋ ਗਿਆ। ਤੇ ਇਹੀ ਇਨਸਾਨ ਹੁਣ ਕਹਿ ਦਿੰਦਾ ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ, ਮੇਰੇ ਹਿਰਦੇ ਦੇ ਅੰਦਰ ਕਰਤੇ ਦਾ ਵਾਸਾ ਹੋ ਗਿਆ, ਹੁਣ ਤੁਹਾਨੂੰ ਕੋਈ ਥਾਂ ਨਹੀਂ। ਖੈਰ ਹੋਰ ਵੀ ਐਸੇ ਬਚਨ ਆਉਂਦੇ ਨੇ, ਬਾਬਾ ਬੋਲਤੇ ਤੇ ਕਹਾਂ ਗਏ
ਤੇ ਅਸੀਂ ਇਹਨਾਂ ਬਚਨਾਂ ਨੂੰ ਵੀ ਕਿਸੇ ਹੋਰ ਪਾਸੇ ਲੈ ਗਏ। ਕੋਈ ਪ੍ਰਾਣੀ ਚੜ੍ਹਾਈ ਕਰ ਗਿਆ ਤੇ ਉਸ ਉਠਾਲੇ ਤੇ ਅਸੀਂ ਕਈ ਵਾਰ ਰਾਗੀ ਸਿੰਘਾਂ ਨੂੰ ਵੀ ਕਹਿ ਦਿੰਦੇ ਆ ਬਚਨ ਸੁਣਾਓ, ਬੋਲਤੇ ਤੇ ਕਹਾਂ ਗਏ, ਪਰ ਇਹ ਵੀ ਮੌਤ ਦੇ ਨਾਲ ਸੰਬੰਧਿਤ ਨਹੀਂ। ਮੈਂ ਨਹੀਂ ਕਹਿ ਰਿਹਾ, ਅਰਥ ਆਪ ਪੜ੍ਹ ਕੇ ਦੇਖ ਲਿਓ। ਉਸ ਅੰਦਰ ਸਾਹਿਬ ਕਹਿ ਲੱਗੇ, ਕਦੀ ਅੰਦਰ ਵਿਕਾਰਾਂ ਦਾ ਬੜਾ ਸ਼ੋਰ ਪੈਂਦਾ ਸੀ। ਜਿਸ ਦਿਨ ਮੈਂ ਕਰਤੇ ਦੀ ਸਿਵ ਸਲਾਹ ਸੁਣਨੀ ਸ਼ੁਰੂ ਕਰ ਦਿੱਤੇ, ਹੁਣ ਮੇਰੀ ਰਸਨਾ ਵੀ ਬਸ ਉਹੀ ਕੁਝ ਬੋਲਣ ਲੱਗ ਗਈ। ਬਾਬਾ ਬੋਲਤੇ ਤੇ ਕਦੀ ਅੰਦਰ ਵਿਕਾਰ ਬੜੇ ਬੋਲਦੇ ਸਨ, ਬਾਬਾ ਬੋਲਤੇ ਤੇ ਕਹਾਂ ਗਏ ਸੁਰਤ ਮਾਹੇ, ਪਰਿਵਾਰ ਅੰਦਰ ਨਹੀਂ ਕਿਹਾ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ, ਜਿਹੜੇ ਅੰਦਰ ਤਰ੍ਹਾਂ ਤਰ੍ਹਾਂ ਦੀ ਇਹ ਵਿਕਾਰ ਸਲਾਹ ਦਿੰਦੇ ਸਨ। ਮਨ ਨੂੰ ਸਲਾਹ ਦਿੱਤੀ ਤੇ ਮਨ ਬਸ ਉਸੇ ਵਕਤ ਹੀ ਸਹਿਮਤ ਹੋਇਆ ਤੇ ਇਹ ਸਰੀਰ ਨੂੰ ਉਸੇ ਪਾਸੇ ਵੱਲ ਲੈ ਤੁਰਿਆ। ਜੇ ਕਿਤੇ ਗੁਰਮਤ ਕੋਲ ਹੁੰਦੀ ਤੇ ਫਿਰ ਸੋਚ ਕੇ ਵਿਚਾਰ ਕੇ ਚੱਲਦਾ। ਸਾਹਿਬ ਨੇ ਕਿਹਾ ਨੈ ਬਿਲੰਬ ਧਰਮੰ ਬਿਲੰਬ ਪਾਪੰ, ਕਿ ਜੇ ਪਾਪ ਕਰਨਾ ਹੈ ਤੇ ਕੁਝ ਸਮਾਂ ਰੁਕ ਜਾ, ਹੋ ਸਕਦਾ ਚੰਗਾ ਫੁਰਨਾ ਫੁਰ ਜਾਏ ਤੇ ਪਾਪ ਟਲ ਜਾਏ। ਤੇ ਜੇ ਕਿਤੇ ਚੰਗਾ ਕਰ ਰਿਹਾ ਹੈ ਹੁਣ ਨਾ ਦੇਰੀ ਕਰੀ, ਉਸੇ ਵਕਤ ਕਰ ਦੇ। ਮਨ ਦਾ ਅਗਲੇ ਫੁਰਨੇ ਦਾ ਕੀ ਪਤਾ, ਤੈਨੂੰ ਜੁੜਦੇ ਜੁੜਦੇ ਨੂੰ ਫੇਰ ਤੋੜ ਦੇ। ਇਸ ਕਰਕੇ ਚੰਗਾ ਕੰਮ ਕਰਨਾ ਉਸੇ ਵਕਤ ਕਰ ਦੇ, ਬੁਰਾ ਕਰਨਾ ਹੈ ਤੇ ਕੁਝ ਸਮਾਂ ਰੁਕ ਜਾ, ਸੋਚ ਲੈ। ਦੇਖ ਪ੍ਰਮਾਤਮਾ ਹਰ ਹਿਰਦੇ ਅੰਦਰ ਹਰ ਥਾਂ ਤੇ ਹੈ। ਮੈਂ ਕਿਸ ਨੂੰ ਠੱਗਣ ਵਾਸਤੇ ਕਿਸ ਨੂੰ ਲੁੱਟਣ ਵਾਸਤੇ ਚੱਲਾ ਖਾਂ। ਸਹਿਮ ਕਹਿਣ ਲੱਗੇ ਸਮਝ ਤਾਂ ਹੀ ਪੈਣੀ ਹੈ, ਜੇ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ। ਜਦੋਂ ਕੰਨਾਂ ਦੇ ਨਾਲ ਮਾਲਕ ਦੀ ਸਿਵ ਸਲਾਹ ਨੂੰ ਸੁਣਿਆ ਤੇ ਹੇ ਮੇਰੇ ਮਨ, ਮੈਂ ਇਹਨਾਂ ਜਮਾਂ ਦੀਆਂ ਫਾਈਆਂ ਦੇ ਵਿੱਚੋਂ ਨਿਕਲ ਗਿਆ। ਨਹੀਂ ਤੇ ਜੇ ਇਹਨਾਂ ਬਚਨਾਂ ਨੂੰ ਸੁਣਦੇ ਨਹੀਂ ਤੇ ਫਿਰ ਇਹ ਜਿਹੜੀ ਰਸਨਾ ਹੈ, ਪਤਾ ਨਹੀਂ ਸਾਰਾ ਦਿਨ ਕੀ ਕੁਬਾੜ ਕੁਬੋਲ ਬੋਲ ਬੋਲਦੇ, ਕਿਸੇ ਦੀ ਨਿੰਦਿਆ ਕਰਦੇ। ਵੈਸੇ ਸਾਰਾ ਦਿਨ ਗੁਰਮਤ ਤੋਂ ਟੁੱਟ ਕੇ ਇਹੀ ਕੁਝ ਹੁੰਦਾ ਹੈ। ਔਰ ਇਹ ਰਸਨਾ ਦੇ ਅੰਦਰ ਇੰਨੀ ਤਾਕਤ ਹੈ, ਇਹ ਕਿਸੇ ਨੂੰ ਉੱਚੀਆਂ ਵੀ ਕਰ ਸਕਦੀ ਏ, ਇਹ ਕਿਸੇ ਨੂੰ ਨੀਵਿਆਂ ਵੀ ਕਰ ਸਕਦੀ ਏ। ਇਹ ਕਿਸੇ ਦੀ ਬੁਰਾਈ ਕਰਦੀ ਹੋਈ ਹੁੰਦਾ ਕੀ ਹੈ, ਇਹ ਤੇ ਕਿਸੇ ਵਿਦਵਾਨ ਦੇ ਬੋਲ ਕਿ ਇਸ ਨੇ ਬੁਰਾਈ ਕੀਤੀ ਤੇ ਆਪ ਤੇ ਅੰਦਰ ਵੜ ਗਈ। ਤੇ ਹੁਣ ਬੁਰਾਈ ਕਰਨ ਵਾਲੇ ਨੂੰ ਜਦੋਂ ਪਤਾ ਲੱਗ ਗਿਆ ਕਿ ਮੇਰੀ ਬੁਰਾਈ ਹੋਈ, ਉਹ ਇਨਸਾਨ ਫਿਰ ਜਦੋਂ ਆ ਕੇ ਕੋਈ ਸਜ਼ਾ ਦੇਗਾ, ਕੋਈ ਕੁੱਟੇਗਾ, ਤੇ ਉਸ ਵਕਤ ਜਿਹੜੇ ਦੁੱਖ ਹਨ ਕਸ਼ਟ ਜਿਹੜੇ ਹਨ ਉਹ ਸਰੀਰ ਨੂੰ ਸਹਿਣੇ ਪੈਂਦੇ ਨੇ। ਰਸਨਾ ਬੋਲਣ ਹਾਰੀਏ, ਬੋਲੇ ਬੜਾ ਕਮਾਲ, ਇਹ ਰਸਨਾ ਤੂੰ ਬਹੁਤ ਸੋਹਣਾ ਬੋਲਦੀ ਹੈ, ਤੂੰ ਗਿਆਨ ਦੀਆਂ ਗੱਲਾਂ ਵੀ ਕਰ ਲੈਨੀ ਏ, ਤੂੰ ਕਿਸੇ ਦੀ ਨਿੰਦਿਆ ਚੁਗਲੀ ਵੀ ਕਰ ਲੈਨੀ ਏ। ਰਸਨਾ ਬੋਲਣ ਹਾਰੀਏ, ਬੋਲੇ ਬੜਾ ਕਮਾਲ, ਤੂੰ ਤੇ ਅੰਦਰ ਵੜ ਗਈ ਛਿੱਤਰ ਸਹਿ ਕਪਾਲ। ਜਿਸ ਦਿਨ ਕਿਸੇ ਦਾ ਬੁਰਾ ਕਰ ਦੇ ਤੇ ਫਿਰ ਉਹ ਆ ਕੇ ਜਦੋਂ ਛਿੱਤਰ ਮਾਰੇਗਾ ਉਹ ਸਿਰ ਦੇ ਅੰਦਰ ਹੀ ਮਾਰੇਗਾ। ਇਸ ਕਰਕੇ ਹੇ ਰਸਨਾ ਸੋਚ ਵਿਚਾਰ ਕੇ ਕੁਝ ਬੋਲੀ, ਪਹਿਲਾਂ ਅੰਦਰ ਚੰਗਾ ਭੇਜੀ, ਬਸ ਉਹੀ ਫਿਰ ਤੇਰੀ ਰਸਨਾ ਤੋਂ ਬਾਹਰ ਨਿਕਲੀ ਜਾਏਗਾ। ਸਾਹਿਬ ਜੀ ਨੇ ਵੈਸੇ ਪਾਵਨ ਬਾਣੀ ਅੰਦਰ ਹੋਰ ਵੀ ਐਸਾ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿਕਰ ਕੀਤਾ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਇੱਕੋ ਪੰਕਤੀ ਦੇ ਅੰਦਰ ਇਹ ਦੋਵੇਂ ਗੱਲਾਂ ਸਾਹਿਬ ਨੇ ਉੱਥੇ ਵੀ ਸਾਂਝੀ ਕਰ ਦਿੱਤੀਆਂ ਨੇ। ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਪਹਿਲਾਂ ਕੁਝ ਚੰਗਾ ਸੁਣੋ ਤੇ ਫਿਰ ਕਹਿਣ ਲੱਗੇ ਜਦੋਂ ਸੁਣ ਕੇ ਸੰਗਤ ਕਰਕੇ ਸਮਝ ਪੈ ਗਈ, ਹੁਣ ਇਸ ਰਸਨਾ ਦੇ ਨਾਲ ਮਾਲਕ ਦੇ ਗੀਤ ਗਾਉਣੇ ਸ਼ੁਰੂ ਕਰ ਦੇ। ਸਾਹਿਬ ਜੀ ਨੇ ਜੋ ਬਖਸ਼ਿਸ਼ ਕੀਤੀ, ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਫਿਰ ਜਿਹੜਾ ਪ੍ਰਾਣੀ ਇਹਨਾਂ ਬਚਨਾਂ ਨੂੰ ਸੁਣ ਲੈਂਦਾ ਹੈ, ਮੰਨ ਲੈਂਦਾ ਹੈ, ਆਪਣੀ ਰਸਨਾ ਦੇ ਨਾਲ ਗੁਰੂ ਗੁਰੂ ਜਪਣਾ ਸ਼ੁਰੂ ਕਰ ਦਿੰਦਾ ਹੈ, ਮਮਤਾ ਤਜੈ ਲੋਭ ਮੋਹ ਅਹੰਕਾਰ, ਹੰਕਾਰ ਨੂੰ ਤਿਆਗ ਦਿੰਦਾ ਹੈ, ਮੋਹ ਨੂੰ ਤਿਆਗ ਦਿੰਦਾ ਹੈ, ਲੋਭ ਨੂੰ ਤਿਆਗ ਦਿੰਦਾ ਹੈ। ਜਦੋਂ ਇਹਨਾਂ ਚੀਜ਼ਾਂ ਦਾ ਤਿਆਗ ਕਰ ਦਿੰਦਾ, ਦੇਖੋ ਮੈਂ ਆਰੰਭਤਾ ਅੰਦਰ ਵੀ ਜ਼ਿਕਰ ਕਰ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਕੁਝ ਨਾ ਛੱਡੋ, ਬਸ ਆ ਵਿਕਾਰ ਛੱਡ ਦਿਓ, ਬਾਕੀ ਜੋ ਕੁਝ ਦੁਨੀਆ ਅੰਦਰ ਕੰਮ ਕਰ ਰਹੇ ਹੋ ਚੰਗੇ ਸਾਰੇ ਕਰੋ, ਮੈਂ ਨਹੀਂ ਰੋਕਦਾ। ਗੁਰੂ ਤੇਗ ਬਹਾਦਰ ਸਾਹਿਬ ਆਪ ਵੀ ਸਭ ਕੁਝ ਕਰਦੇ ਰਹੇ। ਅੱਗੇ ਸਮਾਂ ਮਿਲੇਗਾ ਤੇ ਵਿਚਾਰਾਂਗੇ। ਜੋ ਪ੍ਰਾਣੀ ਮਮਤਾ ਤਜੈ ਲੋਭ ਮੋਹ ਅਹੰਕਾਰ, ਕਉ ਨਾਨਕ ਆਪਨ ਤਰੈ,
और नलेत उधार। ते जेड़े फिर इस विचार दे किते मालक बन जाते ने, वो कला गुरुद्वारे दी चार दीवारी तक ही सीमित नहीं रहिंदे, वो फिर जिथे भी जाणगे चलदे फिरदे मानो गुरुद्वारा बन जाते ने। वो जिथे भी जाणगे होर चार बंदे कोल खड़े होणगे, उन्हां कोल भी गुरु दियां ही गल्लां करनगे, क्योंकि अंदर वो कुछ है जो कुछ अंदर होवेगा। पिछे भी आपां विचारिया सी बिजनेसमैन दे कोल खड़े होवो ते ओ बिजनेस दियां गल्लां करेगा, सत संगी दे कोल खड़े होवोगे ते सत संगत दियां गल्लां करेगा। गुरु कोल आओगे ते नानक कह कर केवल नाम, इत्थे नाम दियां ही गल्लां चलणगियां। इस घर दे अंदर खबरां नहीं सुनाईयां जांदियां कि करंट मसले जेड़े हन आ चल रहे ने, दुनिया अंदर आ हो रहा है, वो ते बाहरों भी सब कुछ मिली जाएगा। इस घर दे अंदर आत्मक तरक्की संबंधी कि किते चार कदम जेड़े हन वो परमार्थ दे भी पुट लै, ताकि गुरु दे नेड़े जिउंदे जी होया जा सके। सह बख्शिश रहमत करन जो कहने हाँ वो कमाउण दी जाच भी आ जाए। भुल्लां बख्श लैणियां जी। वाहिगुरु जी का खालसा, वाहिगुरु जी की फतेह।